ਸਤਿ ਸ਼੍ਰੀ ਅਕਾਲ ਜੀ। D5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੰਦਰਜੀਤ ਸਿੰਘ ਟਮਾਣਾ ਸਵਾਗਤ ਕਰਦਾ ਹਾਂ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ। ਸ਼ਹੀਦ ਮਨਪ੍ਰੀਤ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ। ਪੁੱਤ ਨੇ ਫੌਜ ਦੀ ਵਰਦੀ ਪਾ ਕੇ ਸ਼ਹੀਦ ਪਿਤਾ ਨੂੰ ਦਿੱਤੀ ਸਲਾਮੀ। ਕਿਸਾਨ ਮੇਲੇ 'ਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ। ਕੇਂਦਰ ਸਰਕਾਰ ਦੇ ਫੈਸਲਿਆਂ ਖਿਲਾਫ ਬੋਲਿਆ ਹੱਲਾ। ਬੇਅਦਬੀ ਤੇ ਮੁਤਵਾਜ਼ੀ ਜਥੇਦਾਰ ਦਾ ਵੱਡਾ ਐਲਾਨ। ਅਮਰੀਕ ਸਿੰਘ ਅਜਨਾਲਾ ਨੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਕੀਤੀ ਮੰਗ। ਪੁਲਿਸ ਮੁਲਾਜ਼ਮਾਂ ਤੇ ਹੈਰੋਇਨ ਮਿਲਣ ਤੇ ਐਸਐਸਪੀ ਦਾ ਵੱਡਾ ਬਿਆਨ। ਚਿੱਟੇ ਦੀ ਰਿਕਵਰੀ ਦੌਰਾਨ ਪਿੰਡ ਵਾਲਿਆਂ ਨੇ ਮੁਲਾਜ਼ਮਾਂ ਨੂੰ ਪਾਇਆ ਸੀ ਘੇਰਾ। ਹੁਣ ਖਬਰਾਂ ਵਿਸਥਾਰ ਨਾਲ। 13 ਸਤੰਬਰ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਨਿਊ ਚੰਡੀਗੜ੍ਹ ਦੇ ਕਰਨਲ ਮਨਪ੍ਰੀਤ ਸਿੰਘ ਆਪਣੀ ਅੰਤਿਮ ਯਾਤਰਾ ਤੇ ਰਵਾਨਾ ਹੋ ਗਏ। ਉਹਨਾਂ ਦੀ ਮ੍ਰਿਤਕ ਦੇਹ ਘਰ ਪਹੁੰਚੀ, ਜਿੱਥੇ ਪਰਿਵਾਰ ਅਤੇ ਲੋਕਾਂ ਨੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ। ਸ਼ਹੀਦ ਕਰਨਲ ਮਨਪ੍ਰੀਤ ਦੀ ਅੰਤਿਮ ਯਾਤਰਾ 'ਚ ਵੱਡੀ ਗਿਣਤੀ ਵਿੱਚ ਲੋਕ ਸ਼ਰਧਾਂਜਲੀ ਲਈ ਸ਼ਾਮਲ ਹੋਏ ਤੇ ਫੁੱਲਾਂ ਦੀ ਵਰਖਾ ਕੀਤੀ। ਜੰਮੂ ਕਸ਼ਮੀਰ ਦੇ ਅਨੰਤਨਾਗ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋਏ ਨਿਊ ਚੰਡੀਗੜ੍ਹ ਦੇ ਕਰਨਲ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇ ਉਹਨਾਂ ਦੇ ਪਿੰਡ ਪੜੌਜੀ ਲਿਆਂਦੀ ਗਈ। ਉਹਨਾਂ ਦੇ ਘਰ ਤੋਂ ਸ਼ਮਸ਼ਾਨ ਘਾਟ ਤੱਕ ਦੀ ਦੂਰੀ 200 ਮੀਟਰ ਹੈ, ਜਿਸ ਨੂੰ ਤੈਅ ਕਰਨ ਵਿੱਚ 20 ਮਿੰਟ ਦਾ ਸਮਾਂ ਲੱਗਾ, ਜਿੱਥੇ ਉਹਨਾਂ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਹੋਈਆਂ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਇਸ ਤੋਂ ਪਹਿਲਾਂ ਜਦੋਂ ਸ਼ਹੀਦ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਪੜੌਂਜੀਆਂ ਵਿਖੇ ਪੁੱਜੀ ਤਾਂ ਅੰਤਿਮ ਦਰਸ਼ਨ ਲਈ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ। ਇਸ ਮੌਕੇ 7 ਸਾਲ ਦੇ ਬੇਟੇ ਕਬੀਰ ਨੇ ਫੌਜ ਦੀ ਵਰਦੀ ਪਾ ਕੇ ਆਪਣੇ ਪਿਤਾ ਨੂੰ ਸਲਾਮ ਕੀਤਾ, ਜਦੋਂ ਕਿ ਪਤਨੀ ਉਸਦੇ ਤਾਬੂਤ ਤੇ ਸਿਰ ਰੱਖ ਕੇ ਰੋਂਦੀ ਰਹੀ। ਕਰਨਲ ਦੀ ਅੰਤਿਮ ਯਾਤਰਾ ਚੰਡੀ ਮੰਦਰ ਆਰਮੀ ਕੈਂਟ ਤੋਂ ਚੰਡੀਗੜ੍ਹ ਰਾਹੀਂ ਨਿਊ ਚੰਡੀਗੜ੍ਹ ਤੱਕ ਲਿਆਂਦੀ ਗਈ। ਇਸ ਦੌਰਾਨ ਪਿੰਡ ਵਾਸੀਆਂ ਨੇ ਖੁਦ ਹੀ ਰਸਤਾ ਸਾਫ਼ ਕਰ ਦਿੱਤਾ, ਜਿਸ ਰਾਹੀਂ ਯਾਤਰਾ ਨੇ ਪਿੰਡ ਵਿੱਚ ਪਹੁੰਚਣਾ ਸੀ। ਸ਼ਹੀਦ ਕਰਨਲ ਦੇ ਘਰ ਦੇ ਬਾਹਰ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਭੀੜ ਖੜੀ ਸੀ। ਜਦੋਂ ਮ੍ਰਿਤਕ ਦੇ ਉਹਨਾਂ ਦੇ ਘਰ ਪਹੁੰਚੀ ਤਾਂ ਫੁੱਲਾਂ ਦੀ ਵਰਖਾ ਹੋਣ ਲੱਗੀ। ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਉਹ ਅਕਸਰ ਟੀਵੀ ਤੇ ਜੰਮੂ ਕਸ਼ਮੀਰ ਦੀਆਂ ਖਬਰਾਂ ਦੇਖਦੀ ਸੀ। ਜਦੋਂ ਤੋਂ ਉਸਦਾ ਬੇਟਾ ਜੰਮੂ ਕਸ਼ਮੀਰ ਵਿੱਚ ਤੈਨਾਤ ਸੀ, ਉਸ ਨੂੰ ਲੱਗਦਾ ਸੀ ਕਿ ਕਿਸੇ ਦਿਨ ਉਹ ਉਸ ਨੂੰ ਟੀਵੀ ਵਿੱਚ ਵੇਖ ਲਵੇਗੀ। ਪਰ ਜਿਸ ਦਿਨ ਉਸਦੇ ਪੁੱਤਰ ਦੀ ਖਬਰ ਟੀਵੀ ਤੇ ਆਈ, ਉਹ ਕਿਸੇ ਕਾਰਨ ਟੀਵੀ ਨਹੀਂ ਦੇਖ ਸਕੀ। ਆਪਣੇ ਬੇਟੇ ਨੂੰ ਟੀਵੀ ਤੇ ਦੇਖਣ ਦੀ ਉਹਨਾਂ ਦੀ ਇੱਛਾ ਹੁਣ ਹਮੇਸ਼ਾ ਲਈ ਅਧੂਰੀ ਰਹਿ ਗਈ ਹੈ। ਕਰਨਲ ਨਾਲ ਪੜ੍ਹੇ ਪਿੰਡ ਦੇ ਦੀਪਕ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਬਚਪਨ ਤੋਂ ਹੀ ਬਹੁਤ ਬਹਾਦਰ ਸੀ। ਉਸਨੇ ਜੋ ਵੀ ਕਰਨ ਦਾ ਫੈਸਲਾ ਕੀਤਾ, ਉਸਨੇ ਹਮੇਸ਼ਾ ਇਸ ਦਾ ਪਾਲਣ ਕੀਤਾ। 2021 ਵਿੱਚ ਅੰਨ੍ਹੇਵਾਹ ਗੋਲੀਬਾਰੀ ਕਰਨ ਵਾਲੇ ਅੱਤਵਾਦੀਆਂ ਦਾ ਮੁਕਾਬਲਾ ਹੋਇਆ ਅਤੇ ਉਹਨਾਂ ਨੂੰ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਉਹਨਾਂ ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਮਨਪ੍ਰੀਤ ਸਿੰਘ 19 ਰਾਸ਼ਟਰੀ ਰਾਈਫਲ ਦੇ ਕਰਨਲ ਸਨ। ਇਸੇ ਆਰਮੀ ਬਟਾਲੀਅਨ ਨੇ 2016 ਵਿੱਚ ਅੱਤਵਾਦੀ ਬੁਰਹਾਨ ਵਾਨੀ ਨੂੰ ਮਾਰ ਦਿੱਤਾ ਸੀ। ਚੰਡੀਗੜ੍ਹ ਕੁਰਾਲੀ ਹਾਈਵੇ ਤੇ ਪਿੰਡ ਪੜੌਂਜੀਆਂ ਨੇੜੇ ਜੂਸ ਦੀ ਦੁਕਾਨ ਚਲਾਉਣ ਵਾਲੇ ਬਿੱਲੇ ਨੇ ਕਿਹਾ ਕਿ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਬਹਾਦਰ ਹੀ ਨਹੀਂ, ਸਗੋਂ ਇੱਕ ਬਹੁਤ ਦਿਆਲੂ ਇਨਸਾਨ ਵੀ ਸੀ। ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦਾ ਸੀ ਤੇ ਜਦੋਂ ਵੀ ਉਹ ਪਿੰਡ ਆਉਂਦਾ ਤਾਂ ਉਸ ਦੀ ਦੁਕਾਨ ਤੇ ਜੂਸ ਪੀਣ ਵੀ ਜ਼ਰੂਰ ਆਉਂਦਾ ਸੀ। ਕਰਨਲ ਨੇ ਉਸ ਦੀ ਦੁਕਾਨ ਤੇ ਕੰਮ ਕਰਦੇ ਲੜਕਿਆਂ ਨਾਲ ਗੱਲ ਕਰਕੇ ਉਹਨਾਂ ਦੀ ਸਮੱਸਿਆ ਜਾਣੀ, ਫਿਰ ਉਸਨੇ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ। ਛੋਟੇ ਭਰਾ ਸੰਦੀਪ ਨੇ ਦੱਸਿਆ ਕਿ 2014 ਵਿੱਚ ਉਸਦੇ ਪਿਤਾ ਦੀ ਮੌਤ ਤੋਂ ਲੈ ਕੇ ਹੁਣ ਤੱਕ ਉਸਦੇ ਵੱਡੇ ਭਰਾ ਕਰਨਲ ਮਨਪ੍ਰੀਤ ਸਿੰਘ ਨੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ। ਭਰਾ ਹੋਣ ਦੇ ਨਾਲ ਨਾਲ ਉਸਨੇ ਇੱਕ ਪਿਤਾ ਵਜੋਂ ਵੀ ਆਪਣਾ ਫਰਜ਼ ਨਿਭਾਇਆ ਏ। ਮੈਨੂੰ ਉਹਨਾਂ ਦੀ ਸ਼ਹਾਦਤ ਤੇ ਪੂਰਾ ਮਾਣ ਹੈ, ਪਰ ਮੈਨੂੰ ਆਪਣੀ ਜ਼ਿੰਦਗੀ ਵਿੱਚ ਉਹਨਾਂ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਮਨਪ੍ਰੀਤ ਸਿੰਘ 2003 ਵਿੱਚ ਲੈਫਟੀਨੈਂਟ ਦੇ ਅਹੁਦੇ ਤੇ ਭਰਤੀ ਹੋਇਆ ਸੀ। ਉਹ 2020 ਵਿੱਚ ਕਰਨਲ ਬਣਿਆ। ਸੇਵਾ ਮੁਕਤੀ ਤੋਂ ਬਾਅਦ ਉਹਨਾਂ ਦੇ ਪਿਤਾ ਨੇ ਪੰਜਾਬ ਯੂਨੀਵਰਸਿਟੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਨੌਕਰੀ ਦੌਰਾਨ ਉਸ ਦੀ ਮੌਤ ਹੋ ਗਈ। ਇਸ ਲਈ ਸ਼ਹੀਦ ਮਨਪ੍ਰੀਤ ਸਿੰਘ ਦੇ ਛੋਟੇ ਭਰਾ ਸੰਦੀਪ ਸਿੰਘ ਨੂੰ ਨਾਨ ਟੀਚਿੰਗ ਸਟਾਫ ਵਿੱਚ ਭਰਤੀ ਕੀਤਾ ਗਿਆ। ਫਿਲਹਾਲ ਉਹ ਪੰਜਾਬ ਯੂਨੀਵਰਸਿਟੀ ਵਿੱਚ ਹੀ ਕੰਮ ਕਰਦਾ ਹੈ। ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਰਵਾਏ ਗਏ ਕਿਸਾਨ ਮੇਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਇਸ ਦੌਰਾਨ ਕੇਂਦਰ ਸਰਕਾਰ ਦੇ ਫੈਸਲਿਆਂ ਨੂੰ ਪੰਜਾਬ ਤੇ ਕਿਸਾਨੀ ਮਾਰੂ ਦੱਸ ਕੇ ਨਿਸ਼ਾਨੇ ਸਾਧੇ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦੀ ਦਿਹਾਤੀ ਵਿਕਾਸ ਫੰਡ ਦਾ 3622 ਕਰੋੜ ਰੁਪਏ ਫੰਡ ਰੋਕਿਆ ਹੋਇਆ ਹੈ। ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਰਾਏ ਕਿਸਾਨ ਮੇਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦੇ ਦਿਹਾਤੀ ਫੰਡ ਦਾ 3622 ਰੁਪਏ ਦਾ ਫੰਡ ਰੋਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ RDF ਦਾ ਫੰਡ ਜਾਰੀ ਕਰ ਦਿੰਦਾ ਹੈ ਤਾਂ ਸੂਬੇ ਦੇ ਪਿੰਡੂ ਖੇਤਰ ਦੀਆਂ 67000 ਕਿਲੋਮੀਟਰ ਲਿੰਕ ਸੜਕਾਂ ਤੇ ਹੋਰ ਬੁਨਿਆਦੀ ਢਾਂਚੇ ਦਾ ਕਾਇਆਕਲਪ ਕਰ ਦਿੱਤਾ ਜਾਵੇਗਾ। ਝੋਨੇ ਦੀ ਪਰਾਲੀ ਸਾੜਨ ਦੀ ਸਮੱਸਿਆ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਲਈ 2500 ਰੁਪਏ ਪ੍ਰਤੀ ਏਕੜ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ, ਜਿਸ ਵਿੱਚ 1500 ਰੁਪਏ ਕੇਂਦਰ ਅਤੇ 1000 ਰੁਪਏ ਸੂਬਾ ਸਰਕਾਰ ਅਦਾ ਕਰੇਗੀ। ਪਰ ਕੇਂਦਰ ਸਰਕਾਰ ਨੇ ਇਸ ਸੁਝਾਅ ਨਾਲ ਸਹਿਮਤੀ ਪ੍ਰਗਟਾਉਣ ਦੀ ਬਜਾਏ ਇਸ ਨੂੰ ਰੱਦ ਕਰ ਦਿੱਤਾ। 10 ਸਪਰੇਆਂ ਇਹੋ ਜਿਹੀਆਂ ਨੇ ਜਿਹੜੀਆਂ ਬਾਸਮਤੀ ਦੇ ਜੇ ਕਰ ਦਿੰਨੇ ਆ
ਤਾਂ ਬਾਹਰਲੇ ਮੁਲਕ ਵਾਲੇ ਬਾਸਮਤੀ ਮੋੜਦੇ ਅਸੀਂ 10 ਦੀਆਂ 10 ਬੈਨ ਕਰਤੀਆਂ ਜੀ ਕਿ ਇਹ ਨਹੀਂ ਛਿੜਕਣੀਆਂ। ਅਸੀਂ ਬਾਸਮਤੀ ਦਾ ਜਿਹੜਾ ਮਾਤਰਾ ਹੈ ਉਹਦੀ ਪੈਸਟੀਸਾਈਡ ਦੀ ਉਹ ਜਿਹੜੀ ਵਧਾਉਣੀ ਨਹੀਂ। 10 ਦੀਆਂ 10 ਸਪਰੇਆਂ ਅਸੀਂ ਬੰਦ ਕਰਤੀ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਬਾਸਮਤੀ ਇਸ ਵਾਰ ਬਹੁਤ ਵਧੀਆ ਹੋਈ ਹੈ। ਮੈਨੂੰ ਕੱਲ ਮਿਲੇ, ਮੈਂ ਅੰਮ੍ਰਿਤਸਰ ਗਿਆ ਸੀ, ਬਾਸਮਤੀ ਵਾਲੇ ਖੁਸ਼ ਨੇ, ਪਰ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਹੈ ਇੱਕ ਨਵਾਂ ਪੰਗਾ ਪਾਤਾ ਹੁਣ ਸੈਂਟਰ ਨੇ। $1200 ਪਰ ਟਨ ਉਹਦੇ ਤੇ ਸੈਸ ਲਾਤਾ ਜੇ ਤੁਸੀਂ ਬਾਹਰ ਭੇਜਣੀ ਹੈ। ਲਓ ਦੱਸੋ, ਬੜੀ ਮੁਸ਼ਕਲ ਨਾਲ ਅਸੀਂ ਪੈਦਾਵਾਰ ਵਧਾ ਰਹੇ ਹਾਂ ਤੇ ਪੈਸਟੀਸਾਈਡ ਰਹਿਤ ਬਾਸਮਤੀ ਪੈਦਾ ਕਰ ਰਹੇ ਹਾਂ। ਕਹਿੰਦੇ ਜੇ ਬਾਹਰ ਭੇਜਣੀ ਹੈ ਇੰਨੇ ਪੈਸੇ ਦਿਓ ਪਹਿਲਾਂ ਇੱਥੇ ਸੈਂਟਰ ਨੂੰ। ਇਹੋ ਜਿਹੇ ਰੂਲ ਬਣਾ ਦਿੰਦੇ ਨੇ। ਹੁਣ ਉਹਦੇ ਵਾਸਤੇ ਲੜ ਰਹੇ ਹਾਂ ਕਿ ਅਸੀਂ ਕੋਈ ਗੱਲ ਨਹੀਂ, ਅਸੀਂ ਬੰਗਾਲ ਨੂੰ ਵੇਚ ਲੈਂਦੇ ਹਾਂ, ਫਿਰ ਅਸੀਂ ਕੇਰਲਾ ਨੂੰ ਵੇਚ ਲੈਂਦੇ ਹਾਂ, ਤਮਿਲਨਾਡੂ ਨੂੰ ਵੇਚ ਲੈਂਦੇ ਹਾਂ, ਉਹ ਵੀ ਭਾਲਦੇ ਨੇ ਬਾਸਮਤੀ ਆਪਣੀ। ਜੇ ਪੰਜਾਬ ਦੇ ਖਜ਼ਾਨੇ ਦੀ ਰਾਖੀ ਕਰਨੀ ਹੈ, ਜੇ ਪੰਜਾਬ ਦੀ ਕਿਸਾਨੀ ਦੀ ਰਾਖੀ ਕਰਨੀ ਹੈ, ਜੇ ਪੰਜਾਬੀਆਂ ਦੀ ਰਾਖੀ ਕਰਨੀ ਹੈ ਤਾਂ 1-1 ਰੁਪਈਏ ਵਾਸਤੇ ਲੜਨਾ ਪੈਂਦਾ ਉਹਨਾਂ ਨਾਲ, ਤਾਂ ਕਿਤੇ ਜਾ ਕੇ ਹੱਕ ਮਿਲਦੇ ਆ। ਨਹੀਂ ਤਾਂ ਉਹ ਤਾਂ ਆਰਾ ਲਈ ਬੈਠੇ ਆ, ਆਰਾ ਲਈ ਬੈਠੇ ਆ, ਚਲਾਈ ਜਾਂਦੇ ਆ, ਬਸ ਜਿਹੜਾ ਆਉਂਦਾ ਵੱਢੀ ਜਾਂਦੇ ਆ। ਸੋ ਇਸ ਕਰਕੇ ਅਸੀਂ ਸੈਂਟਰ ਨਾਲ ਇੱਕ RDF ਦਾ ਪੈਸਾ ਰੋਕੀ ਬੈਠੇ ਆ ਜੀ। ਸਾਡਾ ਰੂਰਲ ਡਿਵੈਲਪਮੈਂਟ ਫੰਡ ਦਾ 4000 ਕਰੋੜ ਰੋਕੀ ਬੈਠੇ ਆ। ਹੁਣ ਰੋਕੀ ਕਿਉਂ ਬੈਠੇ ਆ? ਕਾਰਨ ਪਹਿਲਾਂ ਜਿਹੜਾ ਉਹਨਾਂ ਨੇ ਪੈਸਾ ਦਿੱਤਾ ਸੀਗਾ, ਪਿਛਲੀ ਸਰਕਾਰ ਉਹਨੂੰ ਗਲਤ ਵਰਤ ਗਈ। ਉਹ ਪੈਸਾ ਹੁੰਦਾ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸਾਰੀਆਂ ਮੰਡੀ ਬੋਰਡ ਦੀਆਂ ਸੜਕਾਂ ਦਾ, ਉੱਥੇ ਲਾਉਣਾ ਸੀ। ਕੈਪਟਨ ਸਾਹਿਬ ਕਿਧਰੇ ਹੋਰ ਕਰਕੇ ਕੰਮ, ਉਹ ਕਹਿੰਦੇ ਤੁਸੀਂ ਇਸ ਪੈਸੇ ਨੂੰ ਗਲਤ ਵਰਤਿਆ, ਅਸੀਂ ਰੋਕ ਲਿਆ ਤੁਹਾਡਾ। ਅਸੀਂ ਐਕਟ ਵੀ ਚੇਂਜ ਕੀਤਾ ਵਿਧਾਨ ਸਭਾ 'ਚ ਕਿ ਅਸੀਂ ਇਸੇ ਵਾਸਤੇ ਵਰਤਾਂਗੇ। ਹਜੇ ਲੜੀ ਜਾਂਦੇ। ਹੁਣ ਕਹਿੰਦੇ ਤਾਂ ਹੈਗੇ ਨੇ, ਕਹਿੰਦੇ ਦੇ ਦੇਣਗੇ। 4000 ਕਰੋੜ ਹੈ ਜੀ। 4000 ਕਰੋੜ 'ਚ ਪਿੰਡਾਂ ਦੀਆਂ 67000 ਕਿਲੋਮੀਟਰ ਸੜਕਾਂ ਨੇ। 4000 ਕਰੋੜ ਰੁਪਏ ਸਾਨੂੰ ਮਿਲ ਜੇ, ਅਸੀਂ ਕੱਲੀ ਸੜਕ ਚਮਕਾ ਦਾਂਗੇ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਲਈ ਵੱਡੇ ਕਦਮ ਚੁੱਕ ਰਹੇ ਨੇ, ਪਰ ਕੇਂਦਰ ਸਰਕਾਰ ਇਸ ਵਿੱਚ ਅੜਿੱਕਾ ਬਣ ਰਹੀ ਹੈ। ਕਿਸਾਨਾਂ ਲਈ ਬਣੀ ਹਰ ਸਕੀਮ ਤੇ ਕੇਂਦਰ ਸਰਕਾਰ ਵੱਲੋਂ ਨਵੀਆਂ ਸ਼ਰਤਾਂ ਲਾ ਦਿੱਤੀਆਂ ਜਾਂਦੀਆਂ ਨੇ, ਜਿਸ ਕਾਰਨ ਉਹ ਸਕੀਮ ਬਿਲਕੁਲ ਖਰਾਬ ਹੋ ਜਾਂਦੀ ਹੈ। ਪੰਜਾਬ ਯੂਥ ਕਾਂਗਰਸ ਪਾਰਟੀ ਹਾਈਕਮਾਂਡ ਦਾ ਫੈਸਲਾ ਮੰਨੇਗੀ, ਪਰ ਯੂਥ ਆਗੂਆਂ ਨੇ ਆਪਣੀ ਰਾਏ ਹਾਈਕਮਾਂਡ ਤੱਕ ਪਹੁੰਚਾ ਦਿੱਤੀ ਹੈ। ਇਹ ਕਹਿਣਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦਾ। ਅੱਜ ਬਠਿੰਡਾ ਪਹੁੰਚੇ ਮੋਹਿਤ ਮਹਿੰਦਰਾ ਨੇ ਕਿਹਾ ਕਿ ਯੂਥ ਕਾਂਗਰਸ ਪਾਰਟੀ ਦਾ ਇੱਕ ਸਮਰਪਿਤ ਵਿੰਗ ਹੈ ਅਤੇ ਉਹ ਜਨਤਕ ਤੌਰ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਅੱਜ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਬਠਿੰਡਾ ਲੋਕ ਸਭਾ ਹਲਕੇ ਦੇ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ, ਜਿੱਥੇ ਉਹਨਾਂ ਕਿਹਾ ਕਿ ਯੂਥ ਕਾਂਗਰਸ ਪਾਰਟੀ ਦਾ ਇੱਕ ਸਮਰਪਿਤ ਵਿੰਗ ਹੈ ਅਤੇ ਉਹ ਜਨਤਕ ਤੌਰ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਬਾਰੇ ਟਿੱਪਣੀ ਨਹੀਂ ਕਰਨਗੇ। ਪਰ ਪੰਜਾਬ ਦੇ ਯੂਥ ਦੀ ਇਸ ਗੱਠਜੋੜ ਬਾਰੇ ਰਾਏ ਹਾਈਕਮਾਂਡ ਨੂੰ ਦੱਸ ਦਿੱਤੀ ਗਈ ਹੈ। ਇਸ ਮੌਕੇ ਉਹਨਾਂ ਦਾਅਵਾ ਕੀਤਾ ਕਿ ਪਿਛਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਵੱਡਾ ਹੱਥ ਸੀ, ਪਰੰਤੂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਉੱਪਰ ਨੌਜਵਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਾਉਂਦੇ ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਗਏ ਸੀ ਉਹਨਾਂ ਤੋਂ ਹੁਣ ਸਰਕਾਰ ਭੱਜ ਰਹੀ ਹੈ, ਜਿਸ ਕਾਰਨ ਪੰਜਾਬ ਦੇ ਵਿੱਚ ਨਸ਼ਾ ਇੱਕ ਵੱਡੀ ਸਮੱਸਿਆ ਬਣ ਚੁੱਕਿਆ ਹੈ ਅਤੇ ਬੇਰੁਜ਼ਗਾਰੀ ਦਿਨੋਂ ਦਿਨ ਵੱਧ ਰਹੀ ਹੈ। ਦੇਖੋ, ਮੈਂ ਆਪਦੀ ਰਾਏ ਆਪਦੀ ਹਾਈਕਮਾਂਡ ਨੂੰ ਦੇ ਚੁੱਕਿਆ। ਸਾਡੇ 'ਚ ਕਮੀ ਹੈ ਕਿ ਅਸੀਂ ਜਾਬਤਾ ਬੜੀ ਛੇਤੀ ਛੱਡ ਦਿੰਦੇ ਹਾਂ। ਮੈਂ ਉਹ ਰਾਏ ਮੈਂ ਕੀ ਦਿੱਤੀ ਹੈ ਆਪ ਸਭ ਨਾਲ ਹਜੇ ਸਾਂਝੀ ਨਹੀਂ ਕਰ ਸਕਦਾ, ਪਰ ਮੈਂ ਜਾਬਤੇ 'ਤੇ ਰਹਿੰਦੇ ਹੋਏ ਆਪਣੀ ਹਾਈਕਮਾਂਡ ਨੂੰ ਆਪਣੀ ਰਾਏ ਦੇ ਚੁੱਕਿਆ। ਪਰ ਨਾਲ ਹੀ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਅਲਾਇੰਸ ਹੋ ਰਿਹਾ ਹੈ ਇਹ ਐਂਟੀ ਮੋਦੀ ਐਂਟੀ BJP ਅਲਾਇੰਸ ਹੈ, ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਹਿੱਸਾ ਹੈ। ਆਫ ਕੋਰਸ ਉਹ ਵੀ BJP ਦੇ ਖਿਲਾਫ ਪਾਰਟੀ ਹੈ। ਸੋ ਇੱਕ ਐਂਟੀ BJP ਪਲੇਟਫਾਰਮ ਇਕੱਠਾ ਹੋਇਆ ਤਾਂ ਜੋ ਇਹ ਸਰਕਾਰ ਨੂੰ ਚੱਲਦਾ ਕਰ ਸਕੀਏ, ਔਰ ਉਹਦੇ ਵਿੱਚ ਕਈ ਗੱਠਜੋੜ ਕਈ ਤਰ੍ਹਾਂ ਦੇ ਪਰਮੂਟੇਸ਼ਨ ਕੰਬੀਨੇਸ਼ਨ ਟਰਾਈ ਹੋ ਰਹੇ ਨੇ। ਅਸੀਂ ਵਰਕਰ ਬੰਦੇ ਹਾਂ, ਅਸੀਂ ਇੱਕ ਯੂਥ ਵਿੰਗ ਹੈ, ਜੋ ਅਸੀਂ ਮੰਨਦੇ ਹਾਂ, ਵਿਚਾਰ ਰੱਖਦੇ ਅਸੀਂ ਦੱਸ ਚੁੱਕੇ ਹਾਂ, ਪਰ ਅਲਟੀਮੇਟ ਕਾਲ ਇੱਕ ਕਾਂਗਰਸ ਪਾਰਟੀ ਦੇ ਹਾਈਕਮਾਂਡ ਦੀ ਕਿ ਕਿਵੇਂ ਚੱਲਣਾ ਹੈ। ਆਫ ਕੋਰਸ ਇਹਦੇ 'ਚ ਇਸ ਜ਼ਿੰਮੇਵਾਰੀ ਨਾਲ ਅਸੀਂ ਆਹ ਗੱਲ ਕਰ ਸਕਦੇ ਵੀ ਕਿਸੇ ਵੀ ਪੋਲੀਟੀਕਲ ਮੈਰਿਜ ਨਾਲ ਜਾਂ ਅਲਾਇੰਸ ਨਾਲ ਜਿਹੜੇ ਪੰਜਾਬ ਦੇ ਜਲਦੇ ਬਲਦੇ ਰੈਲੇਵੈਂਟ ਮੁੱਦੇ ਹੈ, ਜੇ ਅਸੀਂ ਨਹੀਂ ਚੱਕਾਂਗੇ ਤਾਂ ਅਸੀਂ ਆਪਣੀ ਕੋਤਾਹੀ ਕਰ ਰਹੇ ਹੋਵਾਂਗੇ। ਸੋ ਉਹਨਾਂ ਨੂੰ ਮੁੱਦਿਆਂ ਨੂੰ ਰੈਲੇਵੈਂਟ ਰੱਖਣਾ, ਮੁੱਦਿਆਂ ਨੂੰ ਉਜਾਗਰ ਕਰਨਾ ਸਾਡੀ ਡਿਊਟੀ ਹਮੇਸ਼ਾ ਬਣੂਗੀ ਔਰ ਚੱਲਦੀ ਵੀ ਰਹੂਗੀ। ਤੁਸੀਂ ਬਿਲਕੁਲ ਠੀਕ ਕਿਹਾ ਕਿ ਕੋਈ ਵੀ ਜਿਹੜੀ ਮੂਵਮੈਂਟ ਹੁੰਦੀ ਹੈ ਉਹ ਨੌਜਵਾਨਾਂ ਤੋਂ ਸ਼ੁਰੂ ਹੁੰਦੀ ਹੈ, ਔਰ ਮੈਨੂੰ ਇਸ ਗੱਲ ਕਹਿਣ 'ਚ ਕੋਈ ਗਰੇਜ ਨਹੀਂ ਕਿ ਨੌਜਵਾਨਾਂ ਨੇ ਵੱਧ ਝੜ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ 'ਚ ਬੜਾ ਵੱਡਾ ਉਹਨਾਂ ਨੇ ਯੋਗਦਾਨ ਪਾਇਆ ਸੀ ਔਰ ਝੰਡਾ ਚੱਕਿਆ ਸੀ। ਇਹ 'ਚ ਸਾਨੂੰ ਕੋਈ ਗਰੇਜ ਨਹੀਂ ਕਹਿਣ,
ਪਰ ਅੱਜ ਦੇ ਸ਼ੁਭ ਸੰਕੇਤ ਸਾਨੂੰ ਦਿਖੇ ਨੇ। ਤੁਸੀਂ ਦੇਖਿਆ ਹੋਣਾ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਕਾਉਂਸਲ ਦੀ ਇਲੈਕਸ਼ਨ ਹੋਈ ਸੀ। ਸਭ ਤੋਂ ਪਹਿਲਾ ਸੰਕੇਤ ਆਇਆ ਕਿ ਨੌਜਵਾਨਾਂ ਵਿੱਚ ਨਾਰਾਜ਼ਗੀ ਇਸ ਹਕੂਮਤ ਦੇ ਪ੍ਰਤੀ ਹੈਗੀ ਔਰ ਉਹਨਾਂ ਨੇ NSY ਦੀ ਸਾਡੀ ਜਿੱਤ ਪੰਜਾਬ ਯੂਨੀਵਰਸਿਟੀ ਵਿੱਚ ਹੋਈ ਹੈ। ਔਰ ਜਿਸ ਉਮੀਦ ਨਾਲ, ਜਿਸ ਮਨਸੂਬਿਆਂ ਨਾਲ ਨੌਜਵਾਨਾਂ ਨੇ ਜਿਹੜਾ ਰੰਗਲਾ ਪੰਜਾਬ, ਇਹ ਸਰਕਾਰ ਨੇ ਕਿਹਾ ਸੀ ਕਿ ਰੰਗਲਾ ਪੰਜਾਬ ਬਣਾਵਾਂਗੇ, ਜਿਹੜੀ ਉਮੀਦ ਔਰ ਆਸ਼ਾ ਨਾਲ ਉਹਨਾਂ ਨੇ ਸਰਕਾਰ ਕਿਤੇ ਨਾ ਕਿਤੇ ਹਤਾਸ਼ ਹੈ ਸਾਡਾ ਨੌਜਵਾਨ। ਜਿਵੇਂ ਰੋਜ਼ ਰੁਜ਼ਗਾਰ ਦੀ ਗੱਲ ਹੋ ਰਹੀ ਹੈ, ਇੰਡਸਟਰੀ ਸਾਡੀ ਜਾ ਰਹੀ ਹੈ, ਨਸ਼ਿਆਂ ਦਾ ਜਿਹੜਾ ਮੁੱਦਾ ਹੈ ਉਹ ਫਿਰ ਵੱਧ ਚੜ ਕੇ ਸਾਹਮਣੇ ਆ ਰਿਹਾ ਪੰਜਾਬ ਦੇ ਵਿੱਚ। ਔਰ तमाम ਇਹੋ ਜਿਹੇ ਮੁੱਦੇ, ਭਾਵੇਂ ਉਹ ਸਰਵਿਸਿਜ਼ ਦਾ ਡਿਪਾਰਟਮੈਂਟ ਹੈ, ਭਾਵੇਂ ਇੰਡਸਟਰੀ ਦਾ, ਪਰ तमाम ਲੈਵਲਸ ਤੇ ਕਿਤੇ ਨਾ ਕਿਤੇ ਨਾਰਾਜ਼ਗੀ ਹੈ। ਤਾਂ ਦੱਸ ਦਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਵਿਚਾਲੇ ਸਸਪੈਂਸ ਦਿਨੋਂ ਦਿਨ ਲਗਾਤਾਰ ਵਧਦਾ ਜਾ ਰਿਹਾ ਹੈ, ਕਿਉਂਕਿ ਦੋਵੇਂ ਪਾਰਟੀਆਂ ਦੇ ਕੁਝ ਆਗੂ ਇਸ ਗੱਠਜੋੜ ਨੂੰ ਸਹੀ ਦੱਸ ਰਹੇ ਨੇ ਤੇ ਕੁਝ ਆਗੂ ਇਸ ਗੱਠਜੋੜ ਤੋਂ ਕਿਨਾਰਾ ਕੱਟ ਰਹੇ ਨੇ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਦੋਵਾਂ ਪਾਰਟੀਆਂ ਦਾ ਪੰਜਾਬ ਵਿੱਚ ਕੀ ਰੋਲ ਰਹੇਗਾ। ਅੱਜ ਬਠਿੰਡਾ ਸ਼ਹਿਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਤੇ ਚੋਰੀ ਮਾਮਲੇ ਵਿੱਚ ਵੱਡੇ ਐਕਸ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਤੇ ਕਈ ਹੋਰ ਸਿੱਖ ਆਗੂਆਂ ਨੇ ਐਲਾਨ ਕੀਤਾ ਹੈ ਕਿ ਜਿੰਨਾ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ, ਸਿੱਖ ਕੌਮ ਟਿੱਕੇ ਨਹੀਂ ਬੈਠੇਗੀ। ਬੇਅਦਬੀ ਮਾਮਲਿਆਂ 'ਚ ਸਿੱਖ ਕੌਮ ਇਨਸਾਫ ਦਾ ਇੰਤਜ਼ਾਰ ਕਰ ਰਹੀ ਹੈ। ਇਸੇ ਦੇ ਚੱਲਦਿਆਂ ਬਠਿੰਡਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਸਿੱਖ ਆਗੂਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਬਰਗਾੜੀ ਤੋਂ ਲੈ ਕੇ ਕੋਟਕਪੂਰਾ ਤੱਕ ਰੋਸ ਮਾਰਚ ਕੱਢਿਆ ਜਾਵੇਗਾ। ਜਾਣਕਾਰੀ ਦਿੰਦਿਆਂ ਭਾਈ ਅਮਰੀਕ ਸਿੰਘ ਅਜਨਾਲਾ ਨੇ ਦੱਸਿਆ ਕਿ ਬਰਗਾੜੀ ਤੋਂ 12 ਅਕਤੂਬਰ ਨੂੰ ਇਹ ਰੋਸ ਮਾਰਚ ਸ਼ੁਰੂ ਹੋਵੇਗਾ, ਜੋ ਕੋਟਕਪੂਰਾ ਚੌਂਕ ਦੇ ਵਿੱਚ ਜਾ ਕੇ ਸਮਾਪਤ ਹੋਏਗਾ। ਮਾਰਚ ਦੀ ਸਮਾਪਤੀ ਤੇ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ। 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪ ਚੋਰੀ ਹੋਈ। ਉਸੇ ਸਰੂਪ ਦੇ ਕੁਝ ਅੰਗ 11 ਅਤੇ 12 ਅਕਤੂਬਰ ਦੀ ਸਾਂਝੀ ਰਾਤ ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਖਿਲਾਰੇ ਗਏ। ਸੰਗਤਾਂ ਵੱਲੋਂ ਉਹ ਅੰਗ ਇਕੱਠੇ ਕਰਕੇ ਕੋਟਕਪੂਰਾ ਚੌਂਕ ਵਿੱਚ ਧਰਨਾ ਲਾਇਆ ਗਿਆ ਇਨਸਾਫ ਲੈਣ ਵਾਸਤੇ। ਪਰ ਇਨਸਾਫ ਮੰਗਦੀਆਂ ਸੰਗਤਾਂ ਦੇ ਉੱਪਰ ਬਾਦਲ ਸਰਕਾਰ ਵੱਲੋਂ ਗੰਦੇ ਪਾਣੀ ਦੀ ਵਿਛਾੜਾਂ, ਡਾਂਗਾਂ ਦੀ ਮਾਰ ਅਤੇ ਗੋਲੀ ਲਾਠੀ ਚਾਰਜ ਕੀਤਾ ਗਿਆ। ਉਸ ਬੇਅਦਬੀ ਜਾਂ ਚੋਰੀ ਹੋਏ ਸਰੂਪ ਦੇ ਸੰਬੰਧ ਵਿੱਚ ਆਏ ਸਾਲ ਦੀ ਤਰ੍ਹਾਂ ਰੋਸ ਮਾਰਚ ਕੱਢਿਆ ਜਾਂਦਾ। ਆਏ ਸਾਲ ਦੀ ਤਰ੍ਹਾਂ ਐਤਕੀ ਆਉਣ ਵਾਲੀ 12 ਅਕਤੂਬਰ ਨੂੰ ਬੁਰਜ ਜਵਾਹਰ ਸਿੰਘ ਵਾਲੇ ਤੋਂ ਰੋਸ ਮਾਰਚ ਆਰੰਭ ਕੀਤਾ ਜਾਵੇਗਾ। ਬਰਗਾੜੀ ਤੋਂ ਹੋ ਕਰਕੇ ਬੁਰਜ ਜਵਾਹਰ ਸਿੰਘ ਵਾਲਾ, ਸਾਹੋ ਕੇ, ਮੱਲ ਕੇ, ਪੰਜ ਗਰਾਈ ਹੁੰਦਾ ਹੋਇਆ ਕੋਟਕਪੂਰਾ ਜਿਹੜਾ ਖੂਨੀ ਚੌਂਕ ਆ, ਉਹਦੇ ਵਿੱਚ ਇਸ ਰੋਸ ਮਾਰਚ ਦੀ ਸਮਾਪਤੀ ਕੀਤੀ ਜਾਵੇਗੀ। ਮੈਂ ਆਪਣੇ ਵੱਲੋਂ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਠਨਾਂ ਨੂੰ ਬੇਨਤੀ ਕਰਦਾ, ਇਸ ਰੋਸ ਮਾਰਚ ਵਿੱਚ ਆਪਣਾ ਵੱਧ ਤੋਂ ਵੱਧ ਮੁੱਲਾ ਸਹਿਯੋਗ ਦੇ ਕਰਕੇ ਆਪਾਂ ਇਨਸਾਫ ਦੀ ਜਿਹੜੀ ਮੰਗ ਆ ਉਹ ਬਰਕਰਾਰ ਰੱਖੀਏ। ਜਿੰਨਾ ਚਿਰ ਤੱਕ ਸਾਨੂੰ ਸਰਕਾਰਾਂ ਕੋਲੋਂ ਇਨਸਾਫ ਨਹੀਂ ਮਿਲਦਾ, ਉਹਨਾਂ ਚਿਰ ਤੱਕ ਸਾਡਾ ਸ਼ਾਂਤਮਈ ਤਰੀਕੇ ਦੇ ਨਾਲ ਸਾਡਾ ਜਿਹੜਾ ਸੰਘਰਸ਼ ਆ ਉਹ ਜਾਰੀ ਰਹੇਗਾ। ਇਹ ਆਪਾਂ ਗੱਲ ਕਰਦੇ ਹਾਂ ਇਨਸਾਫ ਦੀ। ਇਹ ਜਿਹੜੀ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਜਿਹੜੇ ਪਲਾਨ ਪੇਸ਼ ਕਰਦੇ ਸੀ ਉਹਦੇ ਵਿੱਚ ਸੁਖਬੀਰ ਬਾਦਲ ਵੀ ਹੈ, ਪ੍ਰਕਾਸ਼ ਸਿੰਘ ਬਾਦਲ ਵੀ ਜਿਹੜੇ ਹੈਗੇ ਹੈ, ਆਪਾਂ ਕਿਸ ਤਰ੍ਹਾਂ ਦੀ ਹੋਰ ਮੰਗ ਕਰਦੇ ਹਾਂ? ਆਪਾਂ ਮੰਗ ਕਰਦੇ ਹਾਂ ਕਿ ਜਿਹੜੇ 328 ਸਰੂਪ ਸ਼੍ਰੋਮਣੀ ਕਮੇਟੀ ਵੱਲੋਂ ਲਾਪਤਾ ਕੀਤੇ ਗਿਆ, ਬੁਰਜ ਜਵਾਹਰ ਸਿੰਘ ਵਾਲਾ ਸਰੂਪ ਦੇ ਬਚਦੇ ਅੰਗ ਕਿੱਥੇ ਆ? ਉਹ 328 ਸਰੂਪ ਕਿੱਥੇ ਆ? ਕਲਿਆਣ ਤੋਂ ਚੋਰੀ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਕਿੱਥੇ ਆ? ਅਸੀਂ ਉਸ ਇਨਸਾਫ ਦੀ ਮੰਗ ਵੀ ਨਾਲ ਜ਼ਰੂਰ ਮੰਗ ਕਰਦੇ ਹਾਂ, ਇਨਸਾਫ ਦੀ ਮੰਗ ਕਰਦੇ ਹਾਂ, ਪਰ ਇਹ ਇਨਸਾਫ ਅਜੇ ਤੱਕ ਸਾਨੂੰ ਨਹੀਂ ਮਿਲਿਆ। ਇਸ ਕਰਕੇ ਅਸੀਂ ਉਸ ਮਾਰਚ ਨਿਰੰਤਰ ਆਪਣੇ ਵੱਖ-ਵੱਖ ਤਰੀਕਿਆਂ ਜਾਰੀ ਰੱਖਾਂਗੇ। ਜ਼ਿਕਰਯੋਗ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਵਾਪਰਿਆਂ ਕਈ ਸਾਲ ਹੋ ਚੁੱਕੇ ਨੇ, ਪਰ ਅਜੇ ਤੱਕ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ। ਲਗਾਤਾਰ ਸਿੱਟਾਂ ਦਾ ਨਿਰਮਾਣ ਕੀਤਾ ਜਾਂਦਾ ਹੈ, ਪਰ ਜਾਂਚ ਕਿਸੇ ਵੀ ਪਾਸੇ ਪੂਰੀ ਹੁੰਦੀ ਦਿਖਾਈ ਨਹੀਂ ਦੇ ਰਹੀ। ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਮਾਮਲਾ ਕੀ ਮੋੜ ਲੈਂਦਾ ਹੈ। ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ। ਵੱਧਦੇ ਹਾਂ ਅਗਲੀ ਖਬਰ ਵੱਲ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਪਿੰਡ ਵਾਸੀਆਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ 2 ਪੈਕਟ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਮੁਲਾਜ਼ਮਾਂ ਨੂੰ ਪਿੰਡ ਵਾਲਿਆਂ ਦੇ ਡਰ ਕਾਰਨ ਭੱਜਣਾ ਪਿਆ। ਏਐਸਆਈ ਤੇ ਕਾਂਸਟੇਬਲ ਨੂੰ ਪਿੰਡ ਵਿੱਚ ਹੈਰੋਇਨ ਬਰਾਮਦ ਕਰਨ ਲਈ ਭੇਜਿਆ ਗਿਆ ਸੀ।
ਫਿਰੋਜ਼ਪੁਰ ਦੇ ਇੱਕ ਪਿੰਡ ਵਿੱਚ ਏਐਸਆਈ ਤੇ ਇੱਕ ਹੌਲਦਾਰ ਹੈਰੋਇਨ ਸਮੇਤ ਫੜੇ ਗਏ ਨੇ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਨੇ ਦੱਸਿਆ ਕਿ ਹਾਲ ਹੀ ਵਿੱਚ ਉਹਨਾਂ ਨੇ 50 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਮਲਕੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਕੋਲੋਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਈ ਸੀ। ਜਦੋਂ ਕੱਲ ਮੁੜ ਮਲਕੀਤ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਨੇ ਆਪਣੇ ਪਿੰਡ ਵਿੱਚ 2 ਕਿਲੋ ਹੈਰੋਇਨ ਛੁਪਾ ਕੇ ਰੱਖੀ ਸੀ। ਇਸ ਦੌਰਾਨ ਮੁਲਜ਼ਮ ਨੇ ਕਿਹਾ ਕਿ ਜੇਕਰ ਉਹ ਕੱਲ ਨੂੰ ਉੱਥੋਂ ਹੈਰੋਇਨ ਬਰਾਮਦ ਕਰ ਲੈਣ ਤਾਂ ਉਹ ਮਿਲ ਜਾਵੇਗੀ, ਕਿਉਂਕਿ ਸਮਗਲਰਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਹੈ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਏਐਸਆਈ ਤੇ ਹੌਲਦਾਰ ਨੂੰ ਤੁਰੰਤ ਪਿੰਡ ਭੇਜਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸੇ ਦੌਰਾਨ ਪਿੰਡ ਵਾਸੀਆਂ ਨੂੰ ਪਤਾ ਲੱਗ ਗਿਆ ਕਿ ਪੁਲਿਸ ਨੇ ਉੱਥੋਂ ਹੈਰੋਇਨ ਬਰਾਮਦ ਕਰ ਲਈ ਹੈ, ਜਿਸ ਤੋਂ ਬਾਅਦ ਪਿੰਡ ਵਾਸੀ ਪੁਲਿਸ ਮੁਲਾਜ਼ਮਾਂ ਦਾ ਪਿੱਛਾ ਕਰਨ ਲੱਗੇ। ਇਸ ਕਾਰਨ ਉਹਨਾਂ ਨੇ ਹੈਰੋਇਨ ਨੂੰ ਕਾਰ ਦੇ ਬੋਨਟ ਵਿੱਚ ਹੀ ਛੁਪਾ ਦਿੱਤਾ। ਔਰ ਜਿਹੜਾ ਇਹਨਾਂ ਦੇ ਵਿੱਚ ਮੇਨ ਕਿੰਗ ਪਿਨ ਜਿਹੜਾ ਮਲਕੀਤ ਕਾਲੀ ਨਿਕਲ ਕੇ ਆਇਆ ਸੀਗਾ, ਮਲਕੀਤ ਕਾਲੀ ਨੂੰ ਅਸੀਂ ਅਰੈਸਟ ਕਰਕੇ ਗੁਰਾਇਆ ਥਾਣੇ 'ਚ 9 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀਗਾ ਔਰ ਉਹਦੀ ਨਿਸ਼ਾਨਦੇਹੀ ਤੇ 12 ਕਿਲੋ ਹੈਰੋਇਨ ਜਿਹੜੀ ਹੈ ਉਸ ਤੋਂ ਬਾਅਦ 'ਚ ਰਿਕਵਰ ਕੀਤੀ ਸੀ। ਕੱਲ ਜਿਹੜਾ ਇਹ ਸਾਡੇ ਕੋਲ ਡਿਊਰਿੰਗ ਪੁਲਿਸ ਆਪਣੇ ਕਸਟਡੀ ਦੇ ਵਿੱਚ ਜਿਹੜਾ ਸੀ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਇਹਦੀ ਪੁੱਛਗਿੱਛ ਦੇ ਉੱਤੇ 2 ਕਿਲੋ ਰਿਕਵਰੀ ਜਿਹੜੀ ਅਸੀਂ ਜਿਹੜੀ ਜਲੰਧਰ ਏਰੀਆ ਦੇ ਵਿੱਚੋਂ ਇਹਦੀ ਨਿਸ਼ਾਨਦੇਹੀ ਦੇ ਉੱਪਰ ਹੋਰ ਕਰਵਾਈ ਸੀਗੀ ਔਰ ਟੋਟਲ 23 ਕਿਲੋ ਰਿਕਵਰੀ ਜਿਹੜੀ ਇਹਦੇ ਕੋਲ ਹੋ ਚੁੱਕੀ ਸੀਗੀ, ਜਿਹਦੇ ਵਿੱਚ 2 ਕਿਲੋ ਰਿਕਵਰੀ ਇਹਦੇ ਪਾਰਟ ਦੇ ਵਿੱਚ ਪੈਂਡਿੰਗ ਸੀਗੀ। ਜੋ ਇਹਨੂੰ ਜਦੋਂ ਦੁਬਾਰਾ ਪੁੱਛਗਿੱਛ ਕੀਤੀ ਗਈ ਤਾਂ ਇਹਨੇ ਦੱਸਿਆ ਵੀ ਅਗਰ ਅੱਜ ਸ਼ਾਮ ਤੱਕ ਤੁਸੀਂ ਰਿਕਵਰੀ ਕਰ ਲੋਗੇ ਤੇ ਤੁਹਾਨੂੰ 2 ਕਿਲੋ ਮੇਰੇ ਪਿੰਡ ਦੇ ਵਿੱਚ ਜਿਹੜੀ ਮੈਂ ਦਬਾਸ਼ ਪਾ ਕੇ ਰੱਖੀ ਹੈ ਉਹ ਬਰਾਮਦ ਹੋ ਸਕਦੀ ਹੈ। ਅਦਰਵਾਈਜ਼ ਜਿਹੜੇ ਮੇਰੇ ਸਾਥੀ ਨੇ ਕੁਝ ਉੱਥੋਂ ਦੇ ਸਮਗਲਰ ਉਹ ਉਹਨੂੰ ਪੁੱਟ ਕੇ ਲਿਜਾ ਸਕਦੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਫਲਾਣੀ ਜਗ੍ਹਾ ਤੇ ਲੁਕੀ ਹੈ। ਜੋ ਸਾਡੀ ਇੱਕ ਪਹਿਲਾਂ ਹੀ ਪਾਰਟੀ ਜਿਹੜੀ ਫਿਰੋਜ਼ਪੁਰ ਇਹਦੇ ਇੱਕ ਸਾਥੀ ਨੂੰ ਜਿਹੜਾ ਕੋਆਰਡੀਨੇਟਸ ਵਗੈਰਾ ਉਹਦੇ ਵੈਰੀਫਾਈ ਕਰਨ ਲਈ ਗਈ ਹੋਈ ਸੀਗੀ, ਸੋ ਐਸਐਚਓ ਨੇ ਜਲਦੀ ਦੇ ਵਿੱਚ ਉਹਨੂੰ ਕਿਹਾ ਵੀ ਤੁਸੀਂ ਉੱਥੇ ਪਿੰਡ ਜਾਓ ਔਰ ਲੋਕਲ ਪੁਲਿਸ ਨੂੰ ਦੱਸ ਕੇ ਔਰ ਰਿਕਵਰੀ ਕਰਾ ਕੇ ਉੱਥੇ ਕੇਸ ਰਜਿਸਟਰ ਕਰਾ ਦਿਓ। ਜੋ ਸਾਡੇ ਉੱਥੇ ਪਾਰਟੀ ਪੁਲਿਸ ਪਾਰਟੀ ਉੱਥੇ ਗਈ, ਉਹਨਾਂ ਨੇ ਜਿਸ ਤਰੀਕੇ ਨਾਲ ਇਹਦੀ ਨਿਸ਼ਾਨਦੇਹੀ ਤੇ ਦੱਸਿਆ ਸੀ ਉੱਥੋਂ 2 ਕਿਲੋ ਹੈਰੋਇਨ ਜਿਹੜੀ ਹੈ ਉਹ ਰਿਕਵਰ ਕੀਤੀ। ਰਿਕਵਰ ਕਰਨ ਤੋਂ ਬਾਅਦ ਜਦੋਂ ਪਿੰਡ ਦੇ ਵਿੱਚ ਪਤਾ ਲੱਗ ਗਿਆ ਵੀ ਜਿਹੜੀ ਸਾਡੀ 25 ਦੀ 25 ਕਿਲੋ ਰਿਕਵਰੀ ਹੈ ਸਾਰੀ ਪੁਲਿਸ ਨੇ ਕਰ ਲਈ ਹੈ, 1 ਗ੍ਰਾਮ ਵੀ ਸਾਡੇ ਕੋਲ ਵੇਚਣ ਲਈ ਨਹੀਂ ਬਚੀ, ਤਾਂ ਉਹਨਾਂ ਨੇ ਸੋਚਿਆ ਵੀ ਪੁਲਿਸ ਤੋਂ ਇਹ ਖੋਹ ਲਈ ਜਾਵੇ ਔਰ ਇਹਦੇ ਤੇ ਅਟੈਕ ਕੀਤਾ ਜਾਵੇ। ਸੋ ਇਹ ਸਾਰੇ ਨੂੰ ਭਾਂਪਦੇ ਹੋਏ ਸਾਡੀ ਪੁਲਿਸ ਪਾਰਟੀ ਨੇ ਜਿਹੜਾ ਉੱਥੋਂ ਜਾਣਾ ਮੁਨਾਸਿਬ ਸਮਝਿਆ, ਪਰ ਇਨ ਬਿਟਵੀਨ ਉਹਨਾਂ ਨੇ ਉੱਥੇ ਲੋਕਲ ਪੁਲਿਸ ਐਸਐਸਓਸੀ ਨੂੰ ਇਨਫੋਰਮ ਕਰਤਾ ਸੀਗਾ ਔਰ ਜਦੋਂ ਇਹ ਲੋਕੀ ਉਹਨਾਂ ਦੇ ਪਿੱਛੇ ਲੱਗੇ ਤਾਂ ਉਹਨਾਂ ਨੇ ਕਾਰ ਦੇ ਵਿੱਚ ਦੌੜ ਕੇ ਅੱਗੇ ਜਾ ਕੇ ਜਿਹੜੀ ਹੈਰੋਇਨ ਖੋਹ ਨਾ ਲੈਣ ਉਸ ਕਰਕੇ ਉਹਨੂੰ ਆਪਦੇ ਬੋਨਟ 'ਚ ਛੁਪਾ ਲਿਆ ਸੀਗਾ। ਔਰ ਅੱਗੇ ਜਾ ਕੇ ਜਦੋਂ ਉਹਨੇ ਦੇਖਿਆ BSF ਦਾ ਨਾਕਾ ਲੱਗਿਆ ਸੀ, ਉੱਥੇ ਉਹਨਾਂ ਨੇ ਗੱਡੀ ਖੜੀ ਕੀਤੀ, ਪਿੱਛੇ ਜਿਹੜਾ ਪਬਲਿਕ ਦਾ ਹਜੂਮ ਸੀਗਾ ਉਹ ਵੀ ਉਹਨਾਂ ਨੂੰ ਫੋਲੋ ਕਰਦਾ ਹੀ ਆ ਗਿਆ ਔਰ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਉਸ ਸਾਡੇ ਸਾਰੇ ਆਪਰੇਸ਼ਨ ਦਾ ਇੱਕ ਛੋਟਾ ਜਿਹਾ ਪਾਰਟ ਹੈ, ਉਸ ਜਗ੍ਹਾ ਦੇ ਉੱਤੇ ਬਣਾਈ ਗਈ ਹੈ ਜਦੋਂ ਇਹਨਾਂ ਦੀ ਗੱਡੀ ਦੇ ਵਿੱਚੋਂ BSF ਨੇ ਹੈਰੋਇਨ ਕੱਢੀ ਸੀ। ਉਸ ਤੋਂ ਕੁਝ ਦੇਰ ਬਾਅਦ ਹੀ ਸਾਡੀ SSOC ਦੀ ਟੀਮ ਜਿਹੜੀ ਹੈ ਉੱਥੇ ਪਹੁੰਚ ਗਈ। ਉਹਨਾਂ ਨੇ ਸਾਰਾ BSF ਨੂੰ ਦੱਸਿਆ ਵੀ ਇਹ ਸਾਰਾ ਆਪਰੇਸ਼ਨ ਪੁਰਾਣਾ ਚੱਲਿਆ ਆ ਰਿਹਾ, ਇਹਦੇ ਵਿੱਚ ਪਹਿਲਾਂ ਵੀ ਇੰਨੀਆਂ ਰਿਕਵਰੀਆਂ ਹੋ ਚੁੱਕੀਆਂ ਔਰ BSF ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਮੁਲਾਜ਼ਮਾਂ ਨੂੰ ਸੁਰੱਖਿਅਤ ਰੱਖਿਆ ਔਰ SSOC BSF ਨੇ ਸਾਡੀ ਇਨਫੋਰਮੇਸ਼ਨ ਦੇ ਉੱਪਰ ਜਿਹੜੀ ਉਹ ਰਿਕਵਰੀ ਕੀਤੀ। ਕਈ ਵਾਰ ਦੇਖਿਆ ਗਿਆ ਹੈ ਕਿ ਪੁਲਿਸ ਵਾਲੇ ਆਪਣੀ ਵਰਦੀ ਦਾ ਨਜਾਇਜ਼ ਫਾਇਦਾ ਵੀ ਚੁੱਕਦੇ ਨੇ, ਜਿਸ ਕਾਰਨ ਲੋਕ ਪੁਲਿਸ ਉੱਤੇ ਹੀ ਸ਼ੱਕ ਕਰਨ ਲੱਗੇ ਨੇ ਤੇ ਇਸੇ ਤਰ੍ਹਾਂ ਦੀ ਗਲਤਫਹਿਮੀ ਕਾਰਨ ਪੁਲਿਸ ਵਾਲਿਆਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ। CBI ਅਦਾਲਤ ਨੇ 1992 ਵਿੱਚ ਹੋਏ ਝੂਠੇ ਮੁਕਾਬਲੇ ਦੇ ਕੇਸ ਵਿੱਚ ਫੈਸਲਾ ਸੁਣਾਉਂਦੇ ਹੋਏ ਅੰਮ੍ਰਿਤਸਰ ਦੇ 3 ਤਤਕਾਲੀ ਪੁਲਿਸ ਮੁਲਾਜ਼ਮ ਇੰਸਪੈਕਟਰ ਧਰਮ ਸਿੰਘ, ASI ਸੁਰਿੰਦਰ ਸਿੰਘ ਤੇ ਗੁਰਦੇਵ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਤਿੰਨਾਂ ਪੁਲਿਸ ਮੁਲਾਜ਼ਮਾਂ ਤੇ 2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। CBI ਕੋਰਟ ਵੱਲੋਂ 31 ਸਾਲ ਬਾਅਦ 1992 ਦਾ ਇੱਕ ਹੋਰ ਪੁਲਿਸ ਮੁਕਾਬਲਾ ਫਰਜ਼ੀ ਕਰਾਰ ਦਿੱਤਾ ਗਿਆ ਹੈ। 3 ਥਾਣੇਦਾਰਾਂ ਨੂੰ ਸਾਜ਼ਿਸ਼ ਰਚਣ, ਕਤਲ ਕਰਨ, ਰਿਕਾਰਡ ਬਣਾਉਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਕੋਰਟ ਨੇ ਸਾਬਕਾ DSP ਗੁਰਦੇਵ ਸਿੰਘ ਸਣੇ ਸਾਬਕਾ ਇੰਸਪੈਕਟਰ ਧਰਮ ਸਿੰਘ ਤੇ ਸਾਬਕਾ ASI ਸੁਰਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਪਰੋਕਤ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ 2-2 ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। 1992 ਦੇ ਫਰਜ਼ੀ ਪੁਲਿਸ ਮੁਕਾਬਲੇ ਨਾਲ ਸੰਬੰਧਿਤ 9 ਸਤੰਬਰ ਨੂੰ ਉਪਰੋਕਤ ਮੁਲਜ਼ਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਅਤੇ ਅੱਜ ਇਹਨਾਂ ਨੂੰ ਸਜ਼ਾ ਸੁਣਾਈ ਗਈ ਸੀ। ਇਸ ਮਾਮਲੇ 'ਚ 3 ਨੌਜਵਾਨ ਹਰਜੀਤ ਸਿੰਘ, ਲਖਵਿੰਦਰ ਸਿੰਘ ਤੇ ਜਸਪਿੰਦਰ ਸਿੰਘ ਦਾ ਪੁਲਿਸ ਮੁਕਾਬਲਾ ਦਿਖਾਇਆ ਗਿਆ ਸੀ। ਪੈਰਵੀ ਕਰ ਰਹੇ ਵਕੀਲ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੇ 29 ਅਪ੍ਰੈਲ 1992 ਨੂੰ ਹਰਜੀਤ ਸਿੰਘ, ਲਖਵਿੰਦਰ ਸਿੰਘ ਉਰਫ ਲੱਖਾ ਅਤੇ ਜਸਪਿੰਦਰ ਸਿੰਘ ਨੂੰ ਚੁੱਕ ਕੇ ਕਈ ਦਿਨ ਕਥਿਤ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਿਆ। 12 ਮਈ 1992 ਨੂੰ ਬੱਸ ਅੱਡਾ ਠੱਠੀਆਂ ਨੇੜੇ ਫਰਜ਼ੀ ਪੁਲਿਸ ਮੁਕਾਬਲਾ ਦਿਖਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਮਾਮਲੇ 'ਚ ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿਟ ਦਾਇਰ ਕਰਕੇ ਇਲਜ਼ਾਮ ਲਾਇਆ ਸੀ ਕਿ ਪਿੰਡ ਬੁੱਟਰ ਮਹਿਤਾ ਨੇੜੇ ਹਰਜੀਤ ਸਿੰਘ ਨੂੰ 29/4/1992 ਨੂੰ ਠੱਠੀਆਂ ਬੱਸ ਸਟੈਂਡ ਤੋਂ ਪੁਲਿਸ ਨੇ ਚੁੱਕ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਹੋਰਨਾਂ ਨੌਜਵਾਨਾਂ ਜਸਪਿੰਦਰ ਸਿੰਘ ਜੱਸਾ ਵਾਸੀ ਸ਼ਹਿਜ਼ਾਦਾ ਅਤੇ ਲਖਵਿੰਦਰ ਸਿੰਘ ਲੱਖਾ ਵਾਸੀ ਚੱਕ ਕਮਾਲ ਖਾਨ ਨਾਲ ਫਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ
ਹਾਈ ਕੋਰਟ ਨੇ ਤੁਰੰਤ ਕਾਰਵਾਈ ਕੀਤੀ ਤੇ ਹਰਜੀਤ ਸਿੰਘ ਦੀ ਗੈਰ ਕਾਨੂੰਨੀ ਪੁਲਿਸ ਹਿਰਾਸਤ ਵਿੱਚੋਂ ਰਿਹਾਈ ਨੂੰ ਯਕੀਨੀ ਬਣਾਉਣ ਲਈ ਇੱਕ ਵਾਰੰਟ ਅਫਸਰ ਨਿਯੁਕਤ ਕੀਤਾ। ਇਸ ਮਾਮਲੇ ਨੂੰ ਅੱਗੇ ਲੈ ਕੇ ਹਾਈ ਕੋਰਟ ਨੇ ਦਸੰਬਰ 1992 ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਚੰਡੀਗੜ੍ਹ ਨੂੰ ਮਾਮਲੇ ਦੀ ਨਿਆਇਕ ਜਾਂਚ ਲਈ ਹੁਕਮ ਜਾਰੀ ਕਰ ਦਿੱਤੇ, ਜਿਸ ਦੀ ਰਿਪੋਰਟ ਸਾਲ 1995 ਵਿੱਚ ਪੇਸ਼ ਕੀਤੀ ਗਈ। ਰਿਪੋਰਟ ਦੇ ਆਧਾਰ ਤੇ 30 ਮਈ 1997 ਨੂੰ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ। 1998 ਵਿੱਚ ਸੀਬੀਆਈ ਨੇ ਕੇਸ ਦਰਜ ਕਰਕੇ ਜਾਂਚ ਵਿੱਚ ਪਾਇਆ ਕਿ ਹਰਜੀਤ ਸਿੰਘ ਨੂੰ ਦਲਜੀਤ ਸਿੰਘ ਉਰਫ ਮੱਟੂ, ਸਤਵੀਰ ਸਿੰਘ ਅਤੇ ਇੱਕ ਹੋਰ ਵਿਅਕਤੀ ਨੇ 29 ਅਪ੍ਰੈਲ 1992 ਨੂੰ ਬੱਸ ਸਟੈਂਡ ਠੱਠੀਆਂ ਤੋਂ ਅਗਵਾ ਕੀਤਾ ਸੀ। 12 ਮਈ 1992 ਨੂੰ ਹਰਜੀਤ ਸਿੰਘ ਦਾ ਦੋ ਹੋਰ ਵਿਅਕਤੀ ਲਖਵਿੰਦਰ ਸਿੰਘ ਅਤੇ ਜਸਪਿੰਦਰ ਸਿੰਘ ਨਾਲ ਕਤਲ ਕਰ ਦਿੱਤਾ ਗਿਆ ਸੀ। ਤਤਕਾਲੀ ਐਸਐਚਓ ਪੀਐਸ ਲੋਪੋਕ ਦੇ ਐਸਆਈ ਧਰਮ ਸਿੰਘ ਦੀ ਅਗਵਾਈ ਵਿੱਚ ਇੱਕ ਪੁਲਿਸ ਪਾਰਟੀ ਨੇ ਇਸ ਨੂੰ ਪੁਲਿਸ ਮੁਕਾਬਲਾ ਦੱਸਿਆ। ਇੰਨਾ ਹੀ ਨਹੀਂ, ਉਹਨਾਂ ਦੀਆਂ ਲਾਸ਼ਾਂ ਵੀ ਪਰਿਵਾਰ ਨੂੰ ਨਹੀਂ ਸੌਂਪੀਆਂ ਗਈਆਂ। ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਲਾਵਾਰਿਸ ਹੋਣ ਕਾਰਨ ਉਹਨਾਂ ਦਾ ਸੰਸਕਾਰ ਵੀ ਕਰ ਦਿੱਤਾ ਸੀ। ਇਸ ਮਾਮਲੇ 'ਚ ਸੀਬੀਆਈ ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਧਰਮ ਸਿੰਘ, ਐਸਆਈ ਰਾਮ ਲੋਬਿਆ, ਐਚਸੀ ਸਤਵੀਰ ਸਿੰਘ, ਦਲਜੀਤ ਸਿੰਘ ਉਰਫ ਮੋਟੂ, ਇੰਸਪੈਕਟਰ ਹਰਪ੍ਰੀਤ ਸਿੰਘ, ਏਐਸਆਈ ਸੁਰਿੰਦਰ ਸਿੰਘ, ਏਐਸਆਈ ਗੁਰਦੇਵ ਸਿੰਘ ਸਮੇਤ 9 ਅਧਿਕਾਰੀਆਂ ਨੂੰ ਗ੍ਰਿਫਤਾਰ ਕਰਕੇ ਚਾਰਜਸ਼ੀਟ ਕੀਤੀ ਹੈ। ਐਸਆਈ ਅਮਰੀਕ ਸਿੰਘ ਤੇ ਏਐਸਆਈ ਭੁਪਿੰਦਰ ਸਿੰਘ ਖਿਲਾਫ ਆਈਪੀਸੀ ਦੀ ਧਾਰਾ 364, 120B, 302 ਅਤੇ 218 ਤਹਿਤ ਪੇਸ਼ ਕੀਤਾ ਗਿਆ ਹੈ। ਪਰ ਇਹਨਾਂ ਵਿੱਚੋਂ 5 ਮੁਲਜ਼ਮ ਹਰਭਜਨ ਰਾਮ ਲੋਬਿਆ, ਸਤਵੀਰ ਸਿੰਘ, ਦਲਜੀਤ ਸਿੰਘ ਅਤੇ ਅਮਰੀਕ ਸਿੰਘ ਦੀ ਪੇਸ਼ੀ ਦੌਰਾਨ ਮੌਤ ਹੋ ਗਈ ਅਤੇ ਇੱਕ ਮੁਲਜ਼ਮ ਭੁਪਿੰਦਰ ਸਿੰਘ ਨੂੰ ਪੀਓ। ਇਸ ਦੌਰਾਨ ਇੰਸਪੈਕਟਰ ਧਰਮ ਸਿੰਘ, ਏਐਸਆਈ ਸੁਰਿੰਦਰ ਸਿੰਘ ਤੇ ਗੁਰਦੇਵ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦਾ ਇੱਕ ਪੱਖ ਇਹ ਵੀ ਹੈ ਕਿ ਇਸ ਕੇਸ ਵਿੱਚ 58 ਗਵਾਹਾਂ ਵਿੱਚੋਂ 27 ਗਵਾਹਾਂ ਦੀ ਵੀ ਮੌਤ ਹੋ ਚੁੱਕੀ ਹੈ। ਅੱਜ ਪੰਜਾਬ ਦੇ 18,500 ਡਿਪੂ ਹੋਲਡਰਾਂ ਨੇ ਸੰਘਰਸ਼ ਦਾ ਬਿਗੁਲ ਬੁਝਾ ਦਿੱਤਾ ਹੈ, ਜਿਸ ਲਈ ਉਹ ਚੰਡੀਗੜ੍ਹ 'ਚ ਸਰਕਾਰ ਖਿਲਾਫ ਸੈਕਟਰ 39 ਦੇ ਅਨਾਜ ਭਵਨ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਲਈ ਇਕੱਠੇ ਹੋਏ। ਡਿਪੂ ਹੋਲਡਰਾਂ ਦਾ ਕਹਿਣਾ ਹੈ ਕਿ 2 ਅਕਤੂਬਰ ਤੋਂ ਪੰਜਾਬ ਸਰਕਾਰ ਮਾਰਕਫੈਡ ਰਾਹੀਂ ਆਟਾ ਸਪਲਾਈ ਕਰਨ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੇ ਡਿਪੂ ਹੋਲਡਰ ਬੇਰੁਜ਼ਗਾਰ ਹੋ ਜਾਣਗੇ। ਪੰਜਾਬ ਸਰਕਾਰ ਹਾਏ ਹਾਏ, ਡਿਪੂ ਹੋਲਡਰ ਯੂਨੀਅਨ, ਡਿਪੂ ਹੋਲਡਰ ਯੂਨੀਅਨ। ਪੰਜਾਬ ਦੇ 1800 ਡਿਪੂ ਹੋਲਡਰਾਂ ਨੇ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਬੁਝਾ ਦਿੱਤਾ ਹੈ। ਡਿਪੂ ਹੋਲਡਰਾਂ ਦਾ ਕਹਿਣਾ ਹੈ ਕਿ 2 ਅਕਤੂਬਰ ਤੋਂ ਪੰਜਾਬ ਸਰਕਾਰ ਮਾਰਕਫੈਡ ਰਾਹੀਂ ਆਟਾ ਸਪਲਾਈ ਕਰਨ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੇ ਡਿਪੂ ਹੋਲਡਰ ਬੇਰੁਜ਼ਗਾਰ ਹੋ ਜਾਣਗੇ। ਅਜਿਹੇ 'ਚ ਡਿਪੂ ਹੋਲਡਰਾਂ ਨੇ ਸੰਘਰਸ਼ ਦੇ ਰਾਹ ਤੇ ਚੱਲਣ ਦਾ ਫੈਸਲਾ ਕੀਤਾ ਹੈ। ਪੰਜਾਬ ਰਾਸ਼ਨ ਡਿਪੂ ਹੋਲਡਰ ਫੈਡਰੇਸ਼ਨ ਦੇ ਪ੍ਰਧਾਨ ਸੁਖਵਿੰਦਰ ਕਾਜਲਾ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਨਾਲ ਧੱਕਾ ਕਰ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਕਣਕ ਜੋ ਪਹਿਲਾਂ 2 ਰੁਪਏ ਕਿਲੋ ਮਿਲਦੀ ਸੀ, ਹੁਣ ਕੇਂਦਰ ਸਰਕਾਰ ਨੇ ਮੁਫਤ ਕਰ ਦਿੱਤੀ ਹੈ। ਅਜਿਹੇ 'ਚ ਸਰਕਾਰ ਹੁਣ ਆਪਣਾ ਆਟਾ ਤਿਆਰ ਕਰਕੇ ਮਾਰਕਫੈਡ ਰਾਹੀਂ ਸਪਲਾਈ ਕਰ ਰਹੀ ਹੈ। ਮਾਨ ਸਰਕਾਰ ਤੋਂ ਅਸੀਂ ਬਹੁਤ ਪਹਿਲਾਂ ਤੋਂ, ਜਦੋਂ ਇਹ ਸਰਕਾਰ ਬਣੀ ਵੀ ਨਹੀਂ ਸੀ, ਉਦੋਂ ਤੋਂ ਜਿਹੜੀਆਂ ਅਸੀਂ ਹੱਕੀ ਮੰਗਾਂ ਇਹਨਾਂ ਤੋਂ ਮੰਗੀਆਂ ਸੀ ਔਰ ਇਹਨਾਂ ਨੇ ਕਿਹਾ ਸੀ ਸਾਡੀ ਸਰਕਾਰ ਆਉਣ ਤੇ ਅਸੀਂ ਤੁਹਾਡਾ ਬਿਲਕੁਲ ਜੋ ਵੀ ਤੁਹਾਡੀਆਂ ਜਾਇਜ਼ ਮੰਗਾਂ ਨੇ ਉਹ ਮੰਨੀਆਂ ਜਾਣਗੀਆਂ। ਪਰ ਜਦੋਂ ਦੀ ਇਹ ਸਰਕਾਰ ਬਣੀ ਹੈ, ਹੱਕੀ ਮੰਗਾਂ ਤਾਂ ਸਾਡੀਆਂ ਜਿਹੜੀਆਂ ਕੀ ਮੰਨਣੀਆਂ ਸੀ, ਉਲਟਾ ਸਾਨੂੰ ਟਾਰਚਰ ਕੀਤਾ ਜਾ ਰਿਹਾ ਹੈ ਔਰ ਸਾਡੇ ਰੁਜ਼ਗਾਰ ਜਿਹੜੇ ਹੈ ਉਹ ਸਾਡੇ ਤੋਂ ਖੋਏ ਜਾ ਰਹੇ ਹਨ। ਜਿਵੇਂ ਕਿ ਸਰਕਾਰ ਨੇ ਪਹਿਲਾਂ ਕਿਹਾ ਕਿ ਅਸੀਂ ਆਟਾ ਵੰਡਾਂਗੇ, ਜਦੋਂ ਕਿ ਆਟਾ ਨਾ ਤਾਂ ਲੋਕਾਂ ਨੇ ਮੰਗਿਆ ਵੀ ਸਾਨੂੰ ਆਟਾ ਦਿੱਤਾ ਜਾਵੇ, ਕਣਕ ਦਿੱਤੀ ਜਾ ਰਹੀ ਸੀ, ਪਰ ਇਹਨਾਂ ਨੇ ਆਟੇ ਜੋ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਅਸੀਂ ਸਟੇ ਲਿਆ ਤੇ ਉਹ ਆਟਾ ਇਹਨਾਂ ਨੂੰ ਸਕੀਮ ਜਿਹੜੀ ਸੀ ਵਾਪਸ ਲੈਣੀ ਪਈ। ਹੁਣ ਇਹ ਦੁਬਾਰਾ ਚੋਰ ਮੋਰੀ ਰਾਹੀਂ ਇਹ ਹੁਣ ਆਟਾ ਜਿਹੜਾ ਮਾਰਕਫੈਡ ਰਾਹੀਂ ਵੰਡਾਉਣਾ ਚਾਹੁੰਦੀ ਹੈ, ਜੋ ਕਿ ਲੋਕਾਂ ਨੇ ਪਹਿਲਾਂ ਹੀ ਦੱਸਿਆ ਕਿ ਨਹੀਂ ਮੰਗਿਆ। ਇਹ ਕਿਉਂ ਵੰਡਾਉਣਾ ਚਾਹੁੰਦੀ ਹੈ, ਇਸ ਨੂੰ ਕੀ ਫਾਇਦਾ ਹੈ, ਇਹ ਜਾਣ, ਕਿਉਂਕਿ ਪ੍ਰਾਈਵੇਟ ਏਜੰਸੀਆਂ ਨਾਲ ਇਹਨਾਂ ਦੇ ਹਿੱਸੇ ਪੱਤੀ ਹੈ, ਉਸ ਕਰਕੇ ਜਿਹੜਾ ਆਟਾ ਵੰਡਾਉਣਾ ਚਾਹੁੰਦੀ ਹੈ। ਜਦੋਂ ਕਿ ਕਣਕ ਜਿੰਨੀ ਵੀ ਲੋਕਾਂ ਨੂੰ ਲੋੜ ਹੁੰਦੀ ਹੈ ਉਨੀ ਉਹ ਫਸਾ ਲੈਂਦੇ ਹੈ। ਸਾਫ਼ ਸੁਥਰੀ ਕਣਕ ਮਿਲਦੀ ਹੈ, ਪਹਿਲਾਂ ਤੋਂ ਹੀ ਮਿਲ ਰਹੀ ਹੈ, ਜਦੋਂ ਕਿ ਉਹਦੇ 'ਚ ਲੋਕਾਂ ਨੂੰ ਕੋਈ ਸ਼ਿਕਾਇਤ ਨਹੀਂ ਹੈ। ਲੋਕ ਵੀ ਨਹੀਂ ਚਾਹੁੰਦੇ ਕਿ ਉਹ ਜਿਹੜਾ ਕਣਕ ਨਾ ਲੈਣ। ਕਣਕ ਦੀ ਮੰਗ ਹੈ, ਕਣਕ ਦਿੱਤੀ ਜਾਵੇ। ਦੂਸਰਾ ਸਾਡੀ ਮੰਗਾਂ ਸੀ ਵੀ ਜਿਹੜੀ ਈ-ਪੋਜ ਮਸ਼ੀਨਾਂ ਨੇ ਉਹ ਜਿਹੜੀਆਂ ਨੇ ਸਾਰੇ 18,500 ਦੇ ਵਿੱਚ 1400 ਮਸ਼ੀਨਾਂ ਨੇ, ਉਹਦੇ ਵਿੱਚ ਵੀ ਬਹੁਤੀਆਂ ਖਰਾਬ ਨੇ। ਉਹਦੇ ਕਰਕੇ ਲੋਕ ਪਰੇਸ਼ਾਨ ਹੁੰਦੇ ਨੇ। ਉਹ ਇੱਕ ਮਸ਼ੀਨ ਹੈ ਜਿਹੜੀ 20 ਡਿਪੂਆਂ ਦੇ ਮਗਰ ਲਾਈ ਹੋਈ ਹੈ, ਉਹਦੇ ਕਰਕੇ ਨਾ ਤਾਂ ਉਹ ਡਿਪੂ ਹੋਲਡਰ ਨੂੰ ਇੰਨਾ ਟਾਈਮ ਦਿੱਤਾ ਜਾਂਦਾ, ਨਾਲੇ ਪਬਲਿਕ ਪਰੇਸ਼ਾਨ ਹੁੰਦੀ ਹੈ। ਸੋ ਸਾਡੀ ਮੰਗ ਹੈ ਵੀ ਈ-ਪੋਜ ਮਸ਼ੀਨ ਹੈ ਜਿਹੜੀ ਉਹ ਹਰ ਇੱਕ ਡਿਪੂ ਹੋਲਡਰ ਨੂੰ ਦਿੱਤੀ ਜਾਵੇ। ਇੱਕ ਦੂਸਰੇ ਵੀ ਸਾਡਾ 25 ਮਹੀਨਿਆਂ ਦਾ ਜਿਹੜਾ ਹੈ ਉਹ ਸਾਡਾ ਟਰਮ ਦਾ ਉਹ ਸਾਡਾ ਜਿਹੜਾ ਇਹਨਾਂ ਵੱਲ ਕਮਿਸ਼ਨ ਹੈ ਪੰਜਾਬ ਸਰਕਾਰ, ਉਹ ਸਾਨੂੰ ਅਜੇ ਤੱਕ ਇਹਨਾਂ ਨੇ ਕਮਿਸ਼ਨ ਨਹੀਂ ਦਿੱਤਾ। ਜਦੋਂ ਕਿ ਜੇ ਇਹ ਕੋਈ ਵੀ ਮੁਲਾਜ਼ਮ ਹੈ ਉਹ ਹਰ ਮਹੀਨੇ ਨੂੰ ਤਨਖਾਹ ਮਿਲਦੀ ਹੈ,
ਪਗਾਰ ਮਿਲਦੀ ਹੈ, ਸਭ ਕੁਝ ਮਿਲਦੀ ਹੈ। ਸਾਨੂੰ ਜਿਹੜਾ ਹੈ 2.5 ਸਾਲ ਤਕਰੀਬਨ ਹੋ ਗਏ ਹੈ ਵੀ ਸਾਨੂੰ ਅਜੇ ਕਮਿਸ਼ਨ ਨਹੀਂ ਦਿੱਤਾ। ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਵੀ ਜਿਹੜਾ ਸਾਡਾ ਕਮਿਸ਼ਨ ਹੈ, ਸਾਡੀ ਮਿਹਨਤ ਹੈ, ਉਹ ਸਾਨੂੰ ਦਿੱਤੀ ਜਾਵੇ। ਅੱਜ ਜਿਹੜਾ ਧਰਨਾ ਰੱਖਿਆ ਹੈ ਡਿਮਾਂਡ ਦੇ ਹੱਕ 'ਚ ਹੀ ਰੱਖਿਆ ਵੀ ਮੰਗਾਂ ਮੰਨੀਆਂ, ਅਗਰ ਨਹੀਂ ਮੰਨੀਆਂ ਜਾਣਗੀਆਂ ਤਾਂ ਅਸੀਂ ਜਿਹੜਾ ਅਗਲਾ ਉਹ ਹੋਏਗਾ ਉਹ ਇਹਨਾਂ ਦੀਆਂ ਕੋਠੀਆਂ ਘੇਰਾਂਗੇ। ਇਹਨਾਂ ਨੂੰ ਜੋ ਵੀ ਸਾਡਾ ਅਗਲਾ ਹੋਊਗਾ ਉਹ ਜਲਦੀ ਅਸੀਂ ਦੱਸ ਦਿੱਤੇ। ਤੁਹਾਨੂੰ ਦੱਸ ਦਈਏ ਕਿ ਡਿਪੂ ਹੋਲਡਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ 25 ਮਹੀਨਿਆਂ ਤੋਂ ਕਮਿਸ਼ਨ ਨਹੀਂ ਮਿਲਿਆ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਗੌਰ ਕਰੇ ਤੇ ਜੇਕਰ ਡਿਪੂਆਂ ਨੂੰ ਖਤਮ ਕੀਤਾ ਜਾਂਦਾ ਹੈ ਤਾਂ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਡਿਪੂ ਹੋਲਡਰਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਵੱਡਾ ਸੰਘਰਸ਼ ਛੇੜਿਆ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਡਿਪੂ ਹੋਲਡਰਾਂ ਨੂੰ ਲੈ ਕੇ ਸਰਕਾਰ ਵੱਲੋਂ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ। ਅਮਲੋਹ ਸਥਿਤ ਦੇਸ਼ ਭਗਤ ਯੂਨੀਵਰਸਿਟੀ 'ਚ ਸਥਿਤੀ ਕਾਬੂ ਤੋਂ ਬਾਹਰ ਹੋ ਗਈ। ਇੱਥੇ ਨਰਸਿੰਗ ਦੀਆਂ ਵਿਦਿਆਰਥਣਾਂ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀਆਂ ਨੇ। ਵੀਰਵਾਰ ਸਵੇਰੇ ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਦਾ ਗੇਟ ਬੰਦ ਕਰ ਦਿੱਤਾ ਤਾਂ ਪੁਲਿਸ ਨੇ ਉਹਨਾਂ ਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ। ਵਿਦਿਆਰਥੀਆਂ ਨੇ ਪੁਲਿਸ ਤੇ ਯੂਨੀਵਰਸਿਟੀ ਦੀ ਹਮਾਇਤ ਕਰਨ ਦਾ ਦੋਸ਼ ਲਾਇਆ ਹੈ। ਫਤਿਹਗੜ੍ਹ ਸਾਹਿਬ 'ਚ ਅਮਲੋਹ ਦੀ ਦੇਸ਼ ਭਗਤ ਯੂਨੀਵਰਸਿਟੀ ਵਿੱਚ ਹਾਲਾਤ ਉਦੋਂ ਬੇਕਾਬੂ ਹੋ ਗਏ ਜਦੋਂ ਵਿਦਿਆਰਥੀਆਂ ਨੇ ਇੱਥੋਂ ਦਾ ਗੇਟ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਕੈਂਪਸ 'ਚ ਭੰਨ-ਤੋੜ ਕਰਨੀ ਵੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਜਵਾਬੀ ਕਾਰਵਾਈ ਵਿੱਚ ਵਿਦਿਆਰਥੀਆਂ ਨੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਦੀਆਂ ਗੱਡੀਆਂ ਦੀ ਭੰਨ-ਤੋੜ ਵੀ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਦੀ ਪੁਲਿਸ ਨਾਲ ਬਹਿਸ ਵੀ ਹੋਈ। तब पुलिस कहाँ थी जब सारी फैकल्टी ने हम पे अटैक किया? कहाँ थी? सर कहाँ है आपका लॉ एंड ऑर्डर जो मेंटेन करे? कहाँ है वो? हमें बोल रहे थे ना मेंटेन कर रहे हैं। बताओ ये जरा लड़की सर इनका देख लीजिए, कपड़े फाड़ लड़कियों को मारा, उनके ऊपर से चले। कहाँ थे आप? कहाँ थे आप? हमें बात नहीं करनी आपसे, आपकी कोई खता नहीं है। आप हमारे साथ रहे, शुक्रिया, हमें ठीक है। और हमें जो चौरासी को बाहर निकाल के हमें उनसे बात करनी है, आपसे नहीं। आपका शुक्रिया, आपने हमारी मदद की, इतनी ज्यादा मदद की, शुक्रिया बहुत बहुत। जिस दिन एसडीएम साहब यहीं है, इन्हीं के ऑफिस में मीटिंग हुई थी। उस दिन आपकी डिमांड थी कि जोरा सिंह को वहाँ पर बुलाओ। उस दिन एसडीएम साहब की मीटिंग में एसपी थे, एसडीएम साहब थे और डीसी मैडम थी, जोरा सिंह जी उधर थे। आपसे हमने डिमांड ली कि आपकी जो डिमांड है वो बता दो कि आपके पॉइंट्स क्या हैं। बच्चियों ने अपने पॉइंट्स लिख करके दिए, ये हमारे पॉइंट्स हैं, ठीक है। इनके ऊपर आपको भरोसा नहीं था, हमने भी इनकी बात पे भरोसा नहीं करा। हमने क्या करा, हमने उस चिट्ठी में जो आपके पॉइंट्स थे उसका जवाब यूनिवर्सिटी से मांगा। एक दिन के अंदर अंदर आप बच्चों के इन पॉइंट्स का जवाब दे दो। इन्होंने जवाब दे दिया, बच्चों के पॉइंट्स यूनिवर्सिटी के जवाब दोनों आसपास में लिखे कि ये बच्चों के क्वेश्चन है, ये इसके अगेंस्ट में यूनिवर्सिटी का जवाब है। ये किसको भेजा हमने? प्रिंसिपल सेक्रेटरी, ठीक है ना। उसके बाद में आपके पीएनआरसी को, उसके बाद आपके आईएनसी को। यही 3 आपकी डिमांड थी। देन JNK, बेटा रुको ना, सुनो, देन JNK नर्सिंग काउंसिल को, इन सबको आपका भेजा। उसकी चिट्ठी जो अंदर मेरे पास बात करने आए थे सब इंडिविजुअल को पढ़ाई। ਯੂਨੀਵਰਸਿਟੀ ਦੇ ਨਰਸਿੰਗ ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਯੂਨੀਵਰਸਿਟੀ ਨੂੰ ਭਾਰਤੀ ਨਰਸਿੰਗ ਕੌਂਸਲ ਦੀ ਮਾਨਤਾ ਨਹੀਂ ਹੈ। ਸਿਰਫ ਪੰਜਾਬ ਨਰਸਿੰਗ ਕੌਂਸਲ ਦੀ ਮਾਨਤਾ ਲਈ 60 ਸੀਟਾਂ ਹਨ, ਜਦਕਿ 150 ਤੋਂ ਵੱਧ ਦਾਖਲੇ ਕੀਤੇ ਗਏ ਨੇ। ਹੁਣ ਕੋਰਸ ਪੂਰਾ ਕਰਨ ਤੋਂ ਬਾਅਦ ਉਹਨਾਂ ਨੂੰ ਡਿਗਰੀਆਂ ਨਹੀਂ ਦਿੱਤੀਆਂ ਜਾ ਰਹੀਆਂ। ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਫਤਿਹਗੜ੍ਹ ਸਾਹਿਬ ਦੇ ਐਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਮਝਾਇਆ ਜਾ ਰਿਹਾ ਹੈ ਤੇ ਪ੍ਰਬੰਧਕਾਂ ਨਾਲ ਗੱਲਬਾਤ ਜਾਰੀ ਹੈ ਤੇ ਇਸ ਮਾਮਲੇ ਦੇ ਜਲਦੀ ਹੀ ਹੱਲ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਜਾਂਦਿਆਂ ਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ। ਸ਼ਹੀਦ ਮਨਪ੍ਰੀਤ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ। ਪੁੱਤ ਨੇ ਫੌਜ ਦੀ ਵਰਦੀ ਪਾ ਕੇ ਸ਼ਹੀਦ ਪਿਤਾ ਨੂੰ ਦਿੱਤੀ ਸਲਾਮੀ। ਕਿਸਾਨ ਮੇਲੇ 'ਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰ ਸਰਕਾਰ ਦੇ ਫੈਸਲਿਆਂ ਖਿਲਾਫ ਬੋਲਿਆ ਹੱਲਾ। ਬੇਅਦਬੀ ਤੇ ਮੁਤਵਾਜ਼ੀ ਜਥੇਦਾਰ ਦਾ ਵੱਡਾ ਐਲਾਨ। ਅਮਰੀਕ ਸਿੰਘ ਅਜਨਾਲਾ ਨੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਕੀਤੀ ਮੰਗ। ਪੁਲਿਸ ਮੁਲਾਜ਼ਮਾਂ ਤੇ ਹੈਰੋਇਨ ਮਿਲਣ ਤੇ ਐਸਐਸਪੀ ਦਾ ਵੱਡਾ ਬਿਆਨ। ਚਿੱਟੇ ਦੀ ਰਿਕਵਰੀ ਦੌਰਾਨ ਪਿੰਡ ਵਾਲਿਆਂ ਨੇ ਮੁਲਾਜ਼ਮਾਂ ਨੂੰ ਪਾਇਆ ਸੀ ਘੇਰਾ। ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ। ਨਵੇਂ ਤੇ ਤਾਜ਼ਾ ਖਬਰਾਂ ਨਾਲ ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।